जगाना होता है। गल्लां नाल मंजिलां नहीं मिलदियां, सियाणपां नाल मंजिलां नहीं मिलदियां। यही रीजन है कि 90% लोग अपने अपने प्रोफैशन च सियाणे बहुत ने, इक्को चीज की कमी उन्हें जनून नहीं है। भावें तुसी जीव हो, जंतु हो, चाहे भावें तुसी मनुख हो, कर्म तां करना ही ਅਸੀਂ ਜਿੱਥੇ ਜਿੱਥੇ ਵੀ ਦਰਦ ਤੋਂ ਛੁਟਕਾਰਾ ਮਤਲਬ ਤਕਲੀਫ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਜ਼ਿਆਦਾ ਉਲਝੇ ਆ, ਜ਼ਿਆਦਾ ਦੁਖੀ ਹੋਏ ਆ, ਜ਼ਿਆਦਾ ਮੁਸੀਬਤਾਂ 'ਚ ਸਟਕ ਹੋਏ ਆ। ਉਸ ਤੋਂ ਬਾਅਦ ਤਾਂ ਜਿਹੜਾ ਜੀਵਨ ਰਹਿ ਜਾਂਦਾ ਹੈ ਉਹ ਇੰਨਾ ਕੁ ਰਹਿ ਜਾਂਦਾ ਹੈ ਕਿ ਸਵਾਸ ਚੱਲਦੇ ਰਹਿਣ ਔਰ ਦੁਨੀਆ ਦਿਖਦੀ ਰਹੇ। ਇਸ ਤੋਂ ਅੱਗੇ ਕੋਈ ਜ਼ਿਆਦਾ ਮੋਟਿਵ ਨਹੀਂ ਰਹਿ ਜਾਂਦਾ। ਅਗਰ ਕਿਸੇ ਕੌਮ ਨੂੰ ਤੁਸੀਂ ਬਰਬਾਦ ਕਰਨਾ ਹੋ ਤਾਂ ਉੱਥੇ ਬਿਮਾਰੀ ਤੇ ਗਰੀਬੀ, ਔਰ ਮੈਂ ਤੁਹਾਨੂੰ ਦੱਸ ਦਿਆਂ ਗਰੀਬੀ ਪੈਦਾ ਕਰਨ ਦੀ ਲੋੜ ਨਹੀਂ, ਬਿਮਾਰੀ ਪੈਦਾ ਕਰ ਦਿਓ, ਗਰੀਬੀ ਆਪਣੇ ਆਪ ਹੀ ਆ ਜਾਏਗੀ। ਇੱਕ ਮਾਤਰ ਇਸ ਤਰ੍ਹਾਂ ਦਾ ਕੋਰਸ ਤੁਹਾਡੇ ਜੀਵਨ ਦੇ ਵਿੱਚ ਆਇਆ ਹੈ, ਇਹ ਨਾਟ ਓਨਲੀ ਕਿ ਤੁਹਾਨੂੰ ਸਰੀਰਕ ਤੌਰ ਤੇ ਲੰਬੀ ਉਮਰ ਲਈ ਤਿਆਰ ਕਰੇਗਾ, ਇਹ ਤੁਹਾਡੇ ਅੰਦਰ ਇੰਨਾ ਕੁ ਜਨੂਨ ਭਰ ਕੇ ਰੱਖੇਗਾ, ਤੁਹਾਨੂੰ ਜ਼ਿੰਦਗੀ ਭਰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਤੁਹਾਡਾ ਹੱਥ ਇਸ ਤਰ੍ਹਾਂ ਹੀ ਹੋਏਗਾ, ਦੁਨੀਆ 'ਚ ਕਦੀ ਇਸ ਤਰ੍ਹਾਂ ਨਹੀਂ ਹੋਏਗਾ। एक जोश और जुनून दिल में जगाना होता है। एक जोश और जुनून मैं थोड़ी गल कर रहा। एक जोश और जुनून गल्लां नाल मंजिलां नहीं मिलदियां, सियाणपां नाल मंजिलां नहीं मिलदियां। यही रीजन है कि 90% लोग अपने अपने प्रोफैशन च सियाणे बहुत ने, इक्को चीज की कमी उन्हें जनून नहीं है। की नहीं है अगर बिना जनून दे कामयाबी मिलदी हुंदी ਤਾਂ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਟੌਪ ਤੇ ਨੇ ਵਰਲਡ ਦੇ ਵਿੱਚ ਪੜਾਉਣ ਵਾਲੇ ਪਹਿਲਾਂ ਟੌਪ ਤੇ ਹੁੰਦੇ। ਹਲੋ ਸਰ ਲੋ ਪੜਾਉਣ ਵਾਲੇ ਟੀਚਰ ਔਰ ਪ੍ਰੋਫੈਸਰ ਹੀ ਕਿਉਂ ਰਹਿ ਜਾਂਦੇ ਆ ਕਿ ਉਹਨਾਂ ਕੋਲ ਸਿਰਫ ਤੇ ਸਿਰਫ ਐਜੂਕੇਸ਼ਨ ਹੁੰਦੀ, ਜਨੂਨ ਨਹੀਂ ਹੁੰਦਾ। ਤਾਂ ਅਗਰ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਣਾ, ਕਿਸੇ ਟਿਕਾਣੇ ਤੇ ਪਹੁੰਚਣਾ, ਕਿਸੇ ਅਚੀਵਮੈਂਟ ਨੂੰ ਲੈਣਾ, ਅਗਰ ਅਸੀਂ ਆਪਣੇ ਜੀਵਨ ਨੂੰ ਕਿਸੇ ਮਿਸ਼ਨ 'ਚ ਲੈ ਕੇ ਜਾਣਾ ਹੈ ਜਿੱਥੇ ਤੁਹਾਡੇ ਕੋਲ ਐਜੂਕੇਸ਼ਨ ਹੋਣੀ ਜ਼ਰੂਰੀ ਹੈ, मोटिवेशन होनी जरूरी है, उसे जनून का होना बहुत जरूरी है। जरूरी है। जो ही नहीं मिलती मंजिल राही को एक जोश और जुनून सीने में जगाना होता है। पूछा चिड़िया से कैसे बनता है आशियाना, बोली उड़ना पड़ता है बार बार और तिनका उठाना होता है, फिर जाके आशियाना होता है। ने इंसान को समझाया कि उड़ना पड़ता है, आवाज नहीं आई, उड़ना पड़ता है, आवाज ही तुझी नहीं निकलती, उड़ना पा किथों, उड़ना पड़ता है। एक बारी पैर फिसल जे ना आपा दोबारा उस जगह तो नहीं लंघते। हेलो जी सर नो पता भी पिछली बारी मैं इथों दिख गया सी। तो जीवन च एक बारी जीवन अगर थल्ले जिंदगी सुट भी दवे दोबारा उठन की 90% लोग हिम्मत नहीं करते, पर उस इंसान को चिड़िया कह रही है कि उड़ना पड़ता है, तिनका फिर जाके आशियाना बनता। की बनता है? ਅਸੀਂ ਕਹਿੰਦੇ शायद गल्लां नाल बन जाएगा, गल्लां नाल नहीं बनना। किसी भी जीव जंतु ਨੂੰ देख लो, किसी भी उस जीव ਨੂੰ देख लो, किसी भी पंछी ਨੂੰ देख लो ਤੇ ਉਹਦਾ ਤੁਸੀਂ ਰਹਿਣ ਬਸੇਰਾ ਦੇਖੋ ਤੇ ਫਿਰ ਉਹਦੇ ਬਣਾਉਣ ਦਾ ਤਰੀਕਾ ਦੇਖੋ। ਤੁਹਾਨੂੰ ਗ੍ਰੰਥ ਪੜਨ ਦੀ ਲੋੜ ਨਹੀਂ, ਕਿਸੇ ਇੱਕ ਜੀਵ ਨੂੰ ਫੋਲੋ ਕਰ ਲਓ, ਪੂਰੇ ਜੀਵਨ ਦਾ ਸਾਰ ਤੁਹਾਡੀ ਝੋਲੀ 'ਚ ਪਾ ਦੇਗਾ। ਕਿਸੇ ਇੱਕ ਜੀਵ ਨੂੰ ਫੋਲੋ ਕਰ ਲਓ। ਆਪਾਂ ਕੀੜੀ ਦੇਖ ਲੈਂਦੇ ਆ ਤੇ ਕੀੜੀ ਦੇ ਵਿੱਚ ਡਿਸਪਲਿਨ ਹੁੰਦਾ ਹੈ, ਉਹ ਲੰਬੀ ਲਾਈਨ ਦੇ ਵਿੱਚ ਆਪਣਾ ਫੂਡ, ਆਪਣਾ ਭੋਜਨ ਕੈਰੀ ਆਊਟ ਕਰਦੀ ਹੈ। ਆਪਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਜੀਵ ਦੇਖਦੇ ਜਿਹੜੇ ਬਾਹਰੋਂ ਕੱਖ ਕਾਣ ਇਕੱਠਾ ਕਰਦੇ ਨੇ ਤੇ ਉਹ ਆਪਣੇ ਘਰ ਦੀ ਡਿਜ਼ਾਈਨਿੰਗ ਕਰਦੇ ਨੇ। ਉਹ ਬਹੁਤ ਸਾਰੇ ਇਸ ਤਰ੍ਹਾਂ ਦੇ ਜੀਵ ਦੇਖਦੇ ਜਿਹੜੇ ਬਾਹਰੋਂ ਮਿੱਟੀ ਇਕੱਠੀ ਕਰਦੇ ਨੇ ਔਰ ਮਿੱਟੀ ਦਾ ਇੱਕ ਛੋਟਾ ਜਿਹਾ ਭੌਰਾ ਬਣਾਉਂਦੇ, ਜਿਵੇਂ ਭਰਿੰਡ ਵਗੈਰਾ। ਇਹਨਾਂ ਦੇ ਆਪਾਂ ਜਦੋਂ ਦੇਖਦੇ ਹਾਂ ਕਿਉਂਕਿ ਕਿੰਨੀ ਅੱਛੇ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਹੁੰਦੀ ਹੈ। ਐਸਾ ਨਾ ਠੀਕ ਹੈ। ਤਾਂ ਜੀਵਨ ਦਾ ਸਾਰ ਹੀ ਇਹ ਹੈ, ਭਾਵੇਂ ਤੁਸੀਂ ਜੀਵ ਹੋ, ਜੰਤੂ ਹੋ, ਚਾਹੇ ਭਾਵੇਂ ਤੁਸੀਂ ਮਨੁੱਖ ਹੋ, ਕਰਮ ਤਾਂ ਕਰਨਾ ਹੀ ਪੈਣਾ ਹੈ। ਸੋ ਉਸ ਕਰਮ ਨੂੰ ਕਰਦੇ ਰਹਿਣ ਵਾਸਤੇ ਇੱਕ ਜਨੂਨ ਹੋਣਾ ਬਹੁਤ ਜ਼ਰੂਰੀ ਹੈ। ਮੈਂ ਬਿਨਾਂ ਜਨੂਨ ਤੋਂ ਦੋ ਪੈਰਾਂ ਵਾਲੇ ਨੂੰ ਦਲਿਦਰੀ ਤੇ ਆਲਸੀ ਬਣਦੇ ਵੇਖਿਆ, ਮੈਂ ਬਿਨਾਂ ਪੈਰਾਂ ਵਾਲੇ ਨੂੰ ਜਨੂਨ ਦੇ ਨਾਲ
ਆਪਣੀ ਮੰਜ਼ਿਲ ਨੂੰ ਪਾਉਂਦੇ ਦੇਖਿਆ। ਬਿਨਾਂ ਜਨੂਨ ਤੋਂ ਇਨਸਾਨ ਅਪਾਹਿਜ ਹੁੰਦਾ, ਬਿਨਾਂ ਜਨੂਨ ਤੋਂ ਇਨਸਾਨ ਅਪਾਹਿਜ ਹੁੰਦਾ ਹੈ। ਅੱਜ ਅਸੀਂ ਛੋਟੇ ਛੋਟੇ ਰੋਗਾਂ ਨੂੰ ਇੰਨਾ ਕੁ ਵੱਡਾ ਮੰਨ ਕੇ ਬੈਠ ਜਾਂਦੇ ਆ ਕਿ ਜ਼ਿੰਦਗੀ ਪਹਾੜ ਲੱਗਣ ਲੱਗ ਪੈਂਦੀ ਹੈ। ਰੀਜ਼ਨ ਹੈ ਅਸੀਂ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਅਸੀਂ ਪੀੜਾ ਤੋਂ ਛੁਟਕਾਰਾ ਪਾਉਣੇ ਚਾਹੁੰਦੇ ਤਾਂ ਪੀੜਾ ਤੇ ਦਰਦ ਤੋਂ ਛੁਟਕਾਰਾ ਪਾਉਣਾ ਹੈ, ਲੇਕਿਨ ਉਹਦੇ ਨੂੰ ਜ਼ਿਆਦਾ ਦਰਦ ਲੈ ਕੇ ਘੁੰਮਦੇ ਆ, ਉਹਦੇ ਨੂੰ ਜ਼ਿਆਦਾ ਦਰਦ ਲੈ ਕੇ ਸੇਮ ਉਹ ਐਲੋਪੈਥੀ ਵਾਲਾ ਪ੍ਰੋਸੈਸ ਹੈ ਵੀ ਦਰਦ ਹੋਇਆ ਗੋਲੀ ਲਈ ਇੱਕ ਵਾਰੀ ਸ਼ਾਂਤੀ ਹੋ ਗਈ, ਲੇਕਿਨ ਜਦੋਂ ਉਹਦਾ ਨਸ਼ਾ ਉਤਰਦਾ ਦਰਦ ਪਿਛਲੀ ਦਰਦ ਨਾਲੋਂ 2 ਗੁਣਾ ਨਾਲ ਇੱਕ ਦੇ ਅੰਗ ਨੂੰ ਵੀ ਉਹ ਡੈਮੇਜ। ਸੇਮ ਜੀਵਨ ਹੀ ਹੈ। ਅਸੀਂ ਜਿੱਥੇ ਜਿੱਥੇ ਵੀ ਦਰਦ ਤੋਂ ਛੁਟਕਾਰਾ ਮਤਲਬ ਤਕਲੀਫ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਜ਼ਿਆਦਾ ਉਲਝੇ ਹਾਂ, ਜ਼ਿਆਦਾ ਦੁਖੀ ਹੋਏ ਹਾਂ, ਜ਼ਿਆਦਾ ਮੁਸੀਬਤਾਂ 'ਚ ਸਟਕ ਹੋਏ ਹਾਂ ਔਰ ਇੰਨੇ ਕਿ ਜ਼ਿਆਦਾ ਉਲਝ ਗਏ ਹਾਂ ਕਿ ਕਿਸ ਜੀਵਨ ਲਈ ਪੈਦਾ ਹੋਏ ਸੀ ਉਹ ਚੀਜ਼ ਤਾਂ ਸਾਡੇ ਦਿਮਾਗ 'ਚੋਂ ਸਕਿਪ ਕਰ ਚੁੱਕੀ ਹੈ। ਉਸ ਤੋਂ ਬਾਅਦ ਤਾਂ ਜਿਹੜਾ ਜੀਵਨ ਰਹਿ ਜਾਂਦਾ ਹੈ ਉਹ ਇੰਨਾ ਕੁ ਰਹਿ ਜਾਂਦਾ ਹੈ ਕਿ ਸਵਾਸ ਚੱਲਦੇ ਰਹਿਣ ਔਰ ਦੁਨੀਆ ਦਿਖਦੀ ਰਹੇ। ਇਸ ਤੋਂ ਅੱਗੇ ਕੋਈ ਜ਼ਿਆਦਾ ਮੋਟਿਵ ਨਹੀਂ ਰਹਿ ਜਾਂਦਾ। ਹਲੋ ਯਸ ਸਰ ਨੂੰ ਸੋ ਇਸ ਸਾਇੰਸ ਕਲਾਸ, ਨੈਚੁਰਲ ਹੈਲਥ ਸਾਇੰਸ ਕਲਾਸ ਔਰ ਨੈਚੁਰਲ ਹੈਲਥ ਸਾਇੰਸ ਦੇ ਕੋਰਸ ਨੂੰ ਤੁਸੀਂ ਸਾਰੇ ਜੁਆਇਨ ਕਰਕੇ ਬੈਠੇ ਹੋ। ਇਹ ਇਕੱਲਾ ਨੈਚੁਰਲ ਹੈਲਥ ਸਾਇੰਸ ਦਾ ਕੋਰਸ ਨਹੀਂ ਹੈ, ਇਹ ਪੂਰੇ ਦੇ ਪੂਰੇ ਜੀਵਨ ਦਾ ਕੋਰਸ ਹੈ, ਪੂਰੇ ਦੇ ਪੂਰੇ ਜੀਵਨ ਦਾ ਕੋਰਸ ਹੈ। ਇਹ ਇੱਕ ਮਾਤਰ ਕੋਰਸ ਤੁਹਾਡੀ ਜੀਵਨ ਦੇ ਵਿੱਚ ਆਇਆ ਹੈ। ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ, ਇਹਨੂੰ ਬਾਹਰ ਜਾ ਕੇ ਤੁਸੀਂ ਆਬਜ਼ਰਵ ਕਰ ਲਿਓ ਜੀ ਆਪਣੇ ਲੈਵਲ ਤੇ। ਇੱਕ ਮਾਤਰ ਇਸ ਤਰ੍ਹਾਂ ਦਾ ਕੋਰਸ ਤੁਹਾਡੇ ਜੀਵਨ ਦੇ ਵਿੱਚ ਆਇਆ ਹੈ। ਇਹ ਨਾਟ ਓਨਲੀ ਕਿ ਤੁਹਾਨੂੰ ਸਰੀਰਕ ਤੌਰ ਤੇ ਲੰਬੀ ਉਮਰ ਲਈ ਤਿਆਰ ਕਰੇਗਾ, ਇਹ ਤੁਹਾਡੇ ਅੰਦਰ ਇੰਨਾ ਕੁ ਜਨੂਨ ਭਰ ਕੇ ਰੱਖੇਗਾ, ਇੰਨਾ ਕੁ ਜਨੂਨ ਭਰ ਕੇ ਰੱਖੇਗਾ ਤੁਹਾਨੂੰ ਜ਼ਿੰਦਗੀ ਭਰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਤੁਹਾਡਾ ਹੱਥ ਇਸ ਤਰ੍ਹਾਂ ਹੀ ਹੋਏਗਾ, ਦੁਨੀਆ 'ਚ ਕਦੀ ਇਸ ਤਰ੍ਹਾਂ ਨਹੀਂ ਹੋਏਗਾ। ਇਹਨਾਂ ਤੋਂ ਹੈਲਥ ਆਰਗੇਨਾਈਜੇਸ਼ਨ ਔਰ ਇਹਦੀ ਜਿੰਨੇ ਵੀ ਲੈਕਚਰਰ ਨੇ ਅੱਜ ਇਹ ਸੇਵਾ ਨਿਭਾਈ ਹੈ, ਤੁਸੀਂ ਅਲੱਗ-ਅਲੱਗ ਸਬਜੈਕਟ ਦੇ ਉੱਪਰ ਅਲੱਗ-ਅਲੱਗ, ਕਿਉਂਕਿ ਅੱਜ ਦਾ ਸੈਸ਼ਨ ਸਪੈਸ਼ਲ ਫॉर ਸਟੂਡੈਂਟਸ ਸੀ। ਅਗਰ ਕਿਸੇ ਕੌਮ ਨੂੰ ਤੁਸੀਂ ਬਰਬਾਦ ਕਰਨਾ ਹੋਵੇ ਤਾਂ ਉੱਥੇ ਬਿਮਾਰੀ ਤੇ ਗਰੀਬੀ, ਇਹ 2 ਚੀਜ਼ਾਂ ਬਹੁਤ ਨੇ। ਗੋਲੀ ਮਾਰਨ ਦੀ ਲੋੜ ਨਹੀਂ, ਬਿਮਾਰੀ ਤੇ ਗਰੀਬੀ। ਔਰ ਮੈਂ ਤੁਹਾਨੂੰ ਦੱਸ ਦਿਆਂ, ਗਰੀਬੀ ਪੈਦਾ ਕਰਨ ਦੀ ਲੋੜ ਨਹੀਂ, ਬਿਮਾਰੀ ਪੈਦਾ ਕਰ ਦਿਓ, ਗਰੀਬੀ ਆਪਣੇ ਆਪ ਹੀ ਆ ਜਾਏਗੀ। ਬਿਮਾਰੀ ਪੈਦਾ ਕਰ ਦਿਓ, ਗਰੀਬੀ ਆਪਣੇ ਆਪ ਹੀ ਆ ਜਾਏਗੀ। ਕਿੰਨਾ ਵੀ ਕੋਈ ਧਨੀ ਹੋਵੇ, ਕਿੰਨਾ ਵੀ ਕੋਈ ਕਰੋੜਪਤੀ ਹੋਵੇ, ਅਗਰ ਉਹਦੀ ਪੀੜ੍ਹੀ 'ਚ ਬਿਮਾਰੀ ਆ ਗਈ, ਉਹ ਪੈਸਾ ਉਹਦੇ ਲਈ ਮਿੱਟੀ ਹੋਣ ਵਾਲਾ ਹੈ। ਹੋ ਸਕਦਾ ਕਿ ਉਹਦਾ ਇਲਾਜ ਕਰਾਉਂਦੇ ਕਰਾਉਂਦੇ ਪੈਸਾ ਨਾ ਖਤਮ ਹੋਵੇ ਉਹਦਾ, ਪਰ ਅਗਰ ਉਹਦੇ ਪਰਿਵਾਰ 'ਚ ਬਿਮਾਰੀਆਂ ਆ ਗਈਆਂ ਨੇ ਤਾਂ ਉਹਦਾ ਪਰਿਵਾਰ ਉਸ ਪੈਸੇ ਨੂੰ ਯੂਜ਼ ਨਹੀਂ ਕਰ ਪਾਏਗਾ, ਕਿਉਂਕਿ ਯੂਜ਼ ਕਰਨ ਵਾਲਾ ਸਰੀਰ ਹੀ ਉੱਥੇ। ਗੱਲ ਸਮਝ ਆ ਗਈ? ਤਾਂ ਗਰੀਬੀ ਨਾਲੋਂ ਵੀ ਜ਼ਿਆਦਾ ਖਤਰਨਾਕ, ਬੇਰੁਜ਼ਗਾਰੀ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਬਿਮਾਰੀ, ਸਰੀਰਕ ਬਿਮਾਰੀ। ਹੁਣ ਜਦੋਂ ਬੰਦਾ ਸਰੀਰਕ ਬਿਮਾਰ ਹੈ, ਮੈਨੂੰ ਉਹਨੂੰ ਮਾਨਸਿਕ ਠੋਕਰ ਮਾਰਨ ਲੱਗੇ ਬਹੁਤਾ ਟਾਈਮ, ਸਰੀਰਕ ਬਿਮਾਰ ਨੂੰ ਮਾਨਸਿਕ ਠੋਕਰ ਕਿਸੇ ਚੀਜ਼ ਨਾਲ ਨਹੀਂ ਹਿੱਟ ਕੀਤਾ ਜਾਣਾ, ਗੱਲਾਂ ਦੇ ਨਾਲ, ਅੱਖਾਂ ਦੇ ਨਾਲ ਤੇ ਗੱਲਾਂ ਦੇ ਨਾਲ। ਸੱਜਾ ਉੱਪਰ ਲੱਗਿਓ, ਗੱਲਾਂ ਦੇ ਨਾਲ। ਗੱਲਾਂ ਕਿੱਥੋਂ ਕਰਦੇ ਹੋ? ਤੇ ਉੱਥੇ ਰੱਖਣਾ ਹੈ। ਗੱਲਾਂ ਦੇ ਨਾਲ, ਅੱਖਾਂ ਦੇ ਨਾਲ ਤੇ ਕੰਨਾਂ ਦੇ ਨਾਲ। ਇਹ 3 ਚੀਜ਼ਾਂ ਬਹੁਤ ਹੁੰਦੀਆਂ ਨੇ ਸਰੀਰਕ ਬਿਮਾਰ ਨੂੰ ਮਾਨਸਿਕ ਬਿਮਾਰ 'ਚ ਕਨਵਰਟ ਕਰਨ ਲਈ। ਔਰ ਅੱਜ ਇਸੇ ਹੀ ਚੀਜ਼ 'ਚ ਅਸੀਂ ਕੈਪਚਰ ਸਾਰੇ, ਕਿਉਂਕਿ 90% ਲੋਕ ਬਿਨਾਂ ਮੈਡੀਸਨ ਦੇ ਸੌ ਨਹੀਂ ਰਹੇ। ਇਹਦਾ ਮਤਲਬ ਸਰੀਰਕ ਬਿਮਾਰ ਤਾਂ ਸਾਰੇ ਹੀ ਨੇ। ਹੁਣ ਉਹਨਾਂ ਨੂੰ ਅਗਲਾ ਟਾਰਗੇਟ, ਅਗਲਾ ਫੋਕਸ ਕੀ ਬਣ ਗਿਆ ਉਹਨਾਂ ਦਾ ਕਿ ਇਹਨੂੰ ਹੁਣ ਮਾਨਸਿਕ ਬਿਮਾਰ ਆਪਾਂ ਆਰਾਮ ਨਾਲ ਹੀ। ਅੱਛਾ, ਮੈਂ ਤੁਹਾਨੂੰ ਦੱਸ ਰਿਹਾ, ਜੇ ਤੁਸੀਂ ਸਰੀਰਕ ਬਿਮਾਰ ਨਹੀਂ ਹੋ, ਇਸ ਨੈਚੁਰਲ ਹੈਲਥ ਸਾਇੰਸ ਦਾ ਦੂਜਾ ਫਾਇਦਾ ਤੁਹਾਨੂੰ ਕੀ ਮਿਲਣਾ ਹੈ, ਜਦੋਂ ਤੁਸੀਂ ਬਿਮਾਰੀਆਂ 'ਚੋਂ ਬਾਹਰ ਆ ਜਾਣਾ ਨਾ, ਤੁਹਾਨੂੰ ਕੋਈ ਮਾਨਸਿਕ ਬਿਮਾਰ ਵੀ ਨਹੀਂ ਕਰ ਪਾਏਗਾ। ਜਦੋਂ ਤੁਸੀਂ ਬਿਮਾਰੀਆਂ 'ਚੋਂ ਬਾਹਰ ਆ ਗਏ, ਤੁਹਾਨੂੰ ਕੋਈ ਮਾਨਸਿਕ ਬਿਮਾਰ ਵੀ ਨਹੀਂ, ਕਿਉਂਕਿ ਜਦੋਂ ਤੁਹਾਡਾ ਸਰੀਰ ਤੰਦਰੁਸਤ ਹੈ, ਤੁਹਾਡੇ ਦਿਮਾਗ ਦਾ ਉਹ ਹਿੱਸਾ ਵੀ ਕੰਮ ਕਰੇਗਾ ਜਿਹੜਾ ਤੁਹਾਨੂੰ ਅੰਦਰ ਸਾਵਧਾਨ ਕਰੇਗਾ ਕਿ ਇਹ ਚੀਜ਼ ਤੇਰੇ ਇਸ ਬੁਰੇ ਲਈ ਡਿਵੈਲਪ ਕੀਤੀ ਗਈ ਹੈ, ਜਿਹਨੂੰ ਕਹਿੰਦੇ ਵੇ ਤਰਕ ਕਰਨ ਦੀ
क्षमता। की करन दी? की करन दी? तर्क करन दी क्षमता। तो तर्क करन दी इस टाइम तर्क करन दी क्षमता सब दी खत्म है। क्यों खत्म है? क्योंकि असी फिजिकली तंदुरुस्त जिहड़ा बंदा नहीं हुंदा ਉਹਦੇ अंदर सब तो पहली चीज हुंदी है डर। की हुंदी है? डर। और डर बहुत हुंदा है किसी नूं दिमागी तौर ते ब्लैक करन लई। ब्लैक का मतलब समझदे हो? दिमागी तौर ते ब्लैक करन लई भी सारा ब्रेन के अंदर हनेरा दिखता फिर उन्होंने, ठीक है ना, जो तुम शरीर तौर पर बीमार होंगे। सो ये जी तुसी कोर्स ज्वाइन किया इस तुसी नैचुरल हैल्थ साइंस नाल इस एजुकेशन नाल जुड़े हो, ना कि तुसी इस आपदे लई तुहानूं पता भी नहीं जाने अनजाने तुसी आपदी अगली पीढ़ी लई एक इस तरह की हसीन चीज़ बना के डिलीवर करने लई इत्थे बैठे हो कि इस चीज़ का डिफरेंशियल तुहानूं अगले 2-3 साल च समझ आ जाना है कि जदों तुहाडे परिवार दे विचों भावें मौसम बदलिया है भावें नहीं बदलिया, चाहे बारिश हुई है, चाहे गड़े पैने, चाहे गर्मी आ गई, चाहे सर्दी आ गई है, चाहे कोई बैक्टीरिया का प्रकोप आ गया, चाहे वायरस का प्रकोप आ गया, चाहे कोई महामारी चल रही है, जो कुछ मर्जी हो जाए हेल्थ नूं लैके प्रोपोगंडा दुनिया दे विच, पर तुहाडा एक लौता परिवार होएगा तुहाडे नगर कलोनी एरिया पिंड शहर दे विच जिहदे किसी भी परिवारक मैंबर नूं उस हालातां दा कोई असर नहीं हो रहा है। अदरवाइज बाकी सारी दुनिया उस भीड़ दे विच फसी होएगी। लाइक जिवें लास्ट कोविड आया तो जिहड़े लोग इस नैचुरल साइंस नाल जुड़े सी उन्हां दे 1% भी फर्क, बट जिहड़े नहीं जुड़े सी कई लोग घरां 'च पागल, गल समझ आई, कईयां नूं घरे बैठे ही अटैक, इन्ना फर्क है इस एजुकेशन का। और ये एजुकेशन बाहर पैसा सुट के भी तुहानूं नहीं मिलती। असी जो लै रहे हो इस करके लै रहे कि तुहानूं एक अंदर फीलिंग आवे कि मैं कुछ हासिल कर सका। ठीक, ताकि मैं चाहूँगा तुसी सारिਆਂ ਨੂੰ सब तो पहला मेरे वालों बहुत बहुत मुबारक है कि तुसी अपने लिए अपने परिवार लिए और अपनी अगली पीढ़ी प्लस अपने खानदान लिए सोचना शुरू किया और इस कुदरती ज्ञान की इस सैशन इस संगत च बैठे हो अपने आप लिए जोरदार क्लैपिंग करो।